ਅਸੀਂ ਇਹ ਤੇ ਨਹੀਂ ਕਵਾਂਗੇ ਕਿ ਤੁਸੀਂ ਵਿਕਾਸ ਭਾਈ ਦੀ ਵਾਲਦਾ ਹੋ ਤੇ ਹੁਣ ਤੇ ਤੁਸੀਂ ਸਾਰੀ ਧੀਆਂ ਦੀ ਤੁਸੀਂ ਮਾਂ ਹੋ। इंशाल्लाह अल्लाह दा शुक्र है बेटा। ਤੇ ਬੰਦੇ ਦੀ ਕਮਾਈ ਦਾ ਜਿਹੜਾ ਰੋਬ ਹੈ ਕਿੰਨਾ ਕੁ ਪਾਉਂਦੇ ਆ ਇਹ ਪੁੱਤਰਾਂ ਤੇ। ਪੁੱਤਰ ਮੇਰਾ ਮੈਂ ਅਜੇ ਵੀ ਆਨੀ ਆ ਵੇ ਚਲੋ ਵੇ ਆਰਾਮ ਨਾਲ ਬੋ, ਮੈਂ ਤੁਹਾਡਾ ਕੁਝ ਵੀ ਨਹੀਂ ਖਾਂਦੀ, ਮੇਰੀ ਜ਼ਮੀਨ ਹੈ ਮੇਰਾ ਬੰਦੇ ਦੀ ਪੈਨਸ਼ਨ ਹੈ। ਉਹ ਤੇ ਪੂਰਾ ਫਿਰ ਰੋਬ ਚੱਲਦਾ ਹੋਏਗਾ। ਮੈਂ ਨਹੀਂ ਪੁੱਤਰ ਪੁਲਿਸ ਵਾਲੇ ਬੰਦੇ ਨੂੰ ਜਿੰਨਾ 10-15 ਦਿਨ ਡੰਗ ਨਾ ਮਾਰੇ ਉਹਦਾ ਨਹੀਂ ਰਹਿ ਰਹਿੰਦੀ, ਉਹਦੀ ਨਹੀਂ ਪੁੱਤਰ ਰਹਿ ਰਹਿੰਦੀ, ਉਹਨੂੰ ਆਦਤ ਪਈ ਹੁੰਦੀ ਹੈ ਵਿਚਾਰੇ ਨੂੰ। ਕੁੱਤੇ ਨੂੰ ਸੁਣ ਲੈਂਦੇ ਪਸੰਦ ਆਈ ਆ ਇਹ ਗੱਲ ਬਹੁਤ ਜ਼ਿਆਦਾ। ਉਹ ਤੇਰੇ ਖਾਨਦਾਨ ਚ ਮੇਰਾ ਗਮ ਇੱਕ ਜੈਸਾ ਸਾਰੀ ਦੁਨੀਆ ਹੀ ਉਦੋਂ ਸੱਸਾਂ ਬੜੀ ਇਸ ਗੱਲ ਚ ਰਾਜ਼ੀ ਹੁੰਦੀ ਗਾ ਸਨ ਕਿ ਵਾਵਾ ਚਿਰਕਾ ਚਿਰਕੇ ਸਾਡੇ ਪੁੱਤਰ ਘਰ ਆਉ। ਤੁਸੀਂ ਮਾਮਾ ਯਾਂਡਾ ਨਾਲ ਵੀ ਬੜਾ ਪਿਆਰ ਕੀਤਾ। ਉਹ ਮੈਨੂੰ ਬੜੀ ਚੰਗੀ ਲੱਗਦੀ ਸੀ, ਨਕਟੀ ਹੈ ਤੇ ਫੀਨੀ ਫੂਨੀ ਸੀ ਪਰ ਉਹ ਚੰਗੀ ਬੜੀ ਲੱਗਦੀ ਸੀ। ਉਹਦੇ ਨਾਲ ਮੈਂ ਬੜਾ ਹੀ ਪਿਆਰ ਕਰਨੀ ਆ ਔਰ ਅਜੇ ਵੀ ਕਰਨੀ। ਅਗਲੇ ਦਿਨ ਵੀ ਆਂਦੀ ਸੀ ਮਾਮਾ ਦਿਸ ਵਨ, ਮੈਂ ਅੱਜ ਉਹਦੇ ਜੋ ਕੇ ਕਾਂਟੇ ਲੈ ਕੇ ਆਈ ਆ। ਅੱਛਾ ਹਾਂ ਅੰਦਰ ਮੈਂ ਲਿਆ ਕੇ ਰੱਖ ਵੀ ਛੱਡੇ ਨੇ ਡਿੱਡੇ ਚੁਮਕੇ। ਮੈਂ ਸਿਰੋਂ ਭਾਵੇਂ ਕੋਨੀ ਹੈ ਫੇਰ ਵੀ ਪਾਏ ਦੀ ਤੇ ਸਹੀ ਨਾ। जी अस्सलाम वालेकुम, मैं हूं डॉक्टर अरीज जुल्फकार और आप देख रहे हैं डॉक्टर अरीज जुल्फकार डिजिटल और सिलसिले का नाम है गल सुननी माए मेरी है। तो आज मैं माँ के पास ही बैठ के कह रही हूँ गल सुननी माए मेरी। बिस्मिल्लाह करा मेरी, किड्डा सोहना तेरा प्रोग्राम दा नाम है गल सुननी माए मेरी है। कैसी हैं माँ जी? अल्लाह दा शुक्र, अल्लाह दा शुक्र है बची गई। तू सुना ठीक है? अल्हम्दुलिल्लाह अल्हम्दुलिल्लाह। ਅਸੀਂ ਇਹ ਤੇ ਨਹੀਂ ਕਵਾਂਗੇ ਕਿ ਤੁਸੀਂ ਵਿਕਾਸ ਭਾਈ ਦੀ ਵਾਲਦਾ ਹੋ ਤੇ ਹੁਣ ਤੇ ਤੁਸੀਂ ਸਾਰੀ ਧੀਆਂ ਦੀ ਤੁਸੀਂ ਮਾਂ ਹੋ। इंशाल्लाह अल्लाह दा शुक्र है बेटा, ਤੁਹਾਡੇ ਵਰਗੀਆਂ ਧੀਆਂ ਨੇ ਇੱਜ਼ਤ ਦਿੱਤੀ ਹੈ ਤੇ ਪਿਆਰ ਕਰਦੀਆਂ ਤੇ ਮੈਨੂੰ ਵੀ ਪਿਆਰ ਹੈ ਤੇ ਮੇਰੀਆਂ ਧੀਆਂ ਤਾਂ ਬਣੀਆਂ ਨੇ। ਤੁਹਾਡਾ ਤੇ ਮੈਂ ਉਸ ਵੇਲੇ ਦੀ ਆਈ ਹੋਈ ਹਾਂ, ਮੇਰਾ ਦਿਲ ਹੀ ਨਹੀਂ ਕਰ ਰਿਹਾ ਸੀ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ। ਮੇਰਾ ਦਿਲ ਕਰ ਰਿਹਾ ਸੀ ਮੈਂ ਸਿਰਫ ਤੁਹਾਨੂੰ ਵੇਖਦੀ ਰਵਾਂ ਤੇ ਤੁਹਾਡੇ ਨਾਲ ਗੱਲਾਂ ਕਰਦੀ ਰਵਾਂ। ਮੈਂ ਬਿਸਮਿल्लाह ਕਰਾ ਬਚ ਗਏ। ਖੈਰ ਹੋਵੇ ਤੇਰੀ, ਜਿੱਥੋਂ ਵੀ ਆਈ ਹੈ ਵਸਦੀ ਰਹੋ ਤੇ ਹੱਸਦੀ ਰਹੋ। ਮੈਨੂੰ ਇੰਜ ਹੱਸਦੀ ਹੋਈ ਦਿਸੋ ਤੁਸੀਂ ਤੇ ਮੇਰਾ ਦਿਲੀ ਪਿਆਰ ਹੈ ਔਰ ਮੇਰੀਆਂ ਦਿਲੀ ਦੁਆਵਾਂ ਨੇ ਧੀਆਂ ਦੇ ਨਾਲ ਪੁੱਤਰਾਂ ਦੇ ਨਾਲ ਦੇਸਾਂ 'ਚ ਪਰਦੇਸਾਂ 'ਚ ਜਿੱਥੇ ਜਿੱਥੇ ਵਸਦੀਆਂ ਨੇ। ਧੀ ਜਿਹਦੀ ਆਂਦੇ ਨੇ ਧੀ ਰਾਜ਼ੀ ਉਹਦੀ ਮਾਂ ਰਾਜ਼ੀ। ਕੀ ਖਿਆਲ ਤੇ ਮਾਂ ਦੀ ਆਰਜ਼ੂ ਇਹ ਹੁੰਦੀ ਹੈ ਕਿ ਧੀ ਦੀ ਅੱਖ 'ਚੋਂ ਆਂਸੂ ਨਾ ਮੈਨੂੰ ਨਜ਼ਰ ਆਏ ਔਰ ਮੇਰੀ ਵੀ ਹਰ ਵਕਤ ਇਹ ਖੁਆਇਸ਼ ਮੇਰੀਆਂ ਧੀਆਂ ਖੁਸ਼ਬਾਸ਼ ਰਹਿਣ। ਹਾਂਜੀ ਉਹ ਤੇ ਮੈਨੂੰ ਅੰਦਾਜ਼ਾ ਹੋ ਗਿਆ। ਪਰ ਮਾਂ ਜੀ ਇੱਕ ਗੱਲ ਦੱਸੋ, ਕਦੀ ਦਿਲ 'ਚ ਆਂਦੀ ਆ ਖਿਆਲ ਕਿ ਧੀ ਹੋਣੀ ਚਾਹੀਦੀ ਸੀ? ਹਾਂ ਬੜਾ ਹੁੰਦਾ ਬੇਟਾ। ਜਿਹੜੇ ਪੁੱਤਰ ਨੇ ਨਾ ਉਹ ਧੀ ਵਾਲੀ ਖੁਆਇਸ਼ ਨਹੀਂ ਪੂਰੀ ਕਰ ਸਕਦੇ। ਸੱਚ ਕਰਾਂ ਦੀ ਇੱਕੋ ਹੀ ਗੱਲ ਕਰਾਂ ਦੀ, ਵਸਦੇ ਰਹਿਣ ਨੇਕ ਹੋਣ ਜਿੰਨੇ ਮਰਜ਼ੀ ਹੋਣ, ਪੈਰਾਂ ਦੇ ਨਹੁੰ ਵੀ ਕੱਟਣ ਤੇ ਸਿਰ ਦੀਆਂ ਜੂਆਂ ਵੀ ਕੱਢਣ ਨਾ ਤੇ ਧੀ ਵਾਲਾ ਪਿਆਰ ਫਿਰ ਵੀ ਨਹੀਂ ਮਿਲ ਸਕਦਾ। ਧੀ ਹੁੰਦੀ। ਤੁਸੀਂ ਆਪ ਆਪਣੇ ਭੈਣ ਭਰਾਵਾਂ ਨੂੰ ਵੀ ਮਾਂ ਬਣ ਕੇ ਪਾਲਿਆ? ਹਾਂ ਇਨਸ਼ਾਅੱਲਾ। ਮੇਰੀਆਂ ਛੋਟੀਆਂ 2 ਭੈਣਾਂ ਨੇ, ਮੇਰੇ 4 ਭਰਾ ਨੇ। ਅੱਲਾ ਦੀ ਸਪੁਰਦ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਤੰਦਰੁਸਤੀ ਦੇ ਤੇ ਮਾਂ ਹੀ ਆਂਦੇ ਨੇ ਮੈਨੂੰ, ਕਿਉਂਕਿ ਮੇਰੇ ਅੰਮੀ ਅੱਬੂ ਫੌਤ ਹੋ ਗਏ ਨੇ ਤੇ ਮੈਨੂੰ ਬਹੁਤ ਹੀ ਉਹ ਬਲਕਿ ਬੱਚੇ ਛੋਟੇ ਜਿਹੜੇ ਨੇ ਭਤਰੀਏ ਉਹ ਤੇ ਦਾਦੋ ਆਖ ਲੈਂਦੇ ਨੇ। ਹਾਂਜੀ ਬੜੇ ਪਿਆਰ ਨਾਲ ਫੁੱਫੋ ਘੱਟ ਆਖਣਗੇ ਦਾਦੋ ਆਖ ਲੈਣਗੇ ਕਿਉਂਕਿ ਮੇਰੀ ਸ਼ਕਲ ਮੇਰੀ ਮਾਂ ਨਾਲ ਰਲਦੀ ਸੀ। ਤੁਹਾਡੀ ਨਾ ਮੈਂ ਉਹੀ ਜਦੋਂ ਅੰਦਰ ਆਈ ਤੇ ਮੈਂ ਕਹਿ ਰਹੀ ਸਾਂ ਕਿ ਅੱਲਾ ਮੀਆਂ ਨੇ ਨਾ ਸ਼ਾਇਦ ਸਾਰੀਆਂ ਮਾਵਾਂ ਇੱਕੋ ਹੀ ਆਟੇ ਨਾਲ ਗੁੰਨੀਆਂ ਨੇ ਕਿ ਉਹ ਵੇਖ ਕੇ ਨਾ ਤੇ ਇੰਝ ਲੱਗਦਾ ਕਿ ਸਾਡੀ ਵੀ ਮਾਂ ਤੁਸੀਂ ਹੋ। ਮੈਂ ਬਿਸਮਿल्लाह ਕਰਾਂ ਧੀਏ ਤੇਰੇ ਏਡੇ ਅੱਛੇ ਲਫ਼ਜ਼ਾਂ ਨਾਲੋਂ ਤੇ ਮੈਨੂੰ ਤੇ ਇੰਜ ਹੀ ਲੱਗਾ ਕਿ ਜਿਵੇਂ ਤੂੰ ਮੇਰੀ ਬਹੁਤੀ ਨੇੜੇ ਮੈਂ। ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ। ਤੁਹਾਡਾ ਬਚਪਨ ਆਪਣਾ ਕਿਸ ਤਰ੍ਹਾਂ ਲੰਘਿਆ? ਬੜਾ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ। ਮੈਂ ਆਪਣੇ ਚਾਚਿਆਂ ਬਾਬਿਆਂ ਦੇ ਜਿੰਨੇ ਬੱਚੇ ਸਨ ਉਹਨਾਂ ਚ ਵੱਡੀ ਸਾਂ ਤੇ ਸਾਡਾ ਪਿੰਡ ਮੇਰੀ ਅਗਲੇ ਦਿਨ ਮੇਰਾ ਭਾਈ ਇੱਕ ਚਾਚੇ ਦਾ ਬੇਟਾ ਅਮਰੀਕਾ ਹੁੰਦਾ ਤੇ ਉਹਨੇ ਮੈਨੂੰ ਫੋਨ ਕੀਤਾ ਤੇ ਉਹਨੇ ਆਪਣੇ ਬੱਚਿਆਂ ਨੂੰ ਆਖਿਆ ਕਿ ਇਹ ਸਾਡੀ ਮਾਂ ਵੀ ਹੈ ਤੇ ਭੈਣ ਵੀ ਹੈ ਤੇ ਅਸੀਂ ਸਕੂਲੇ ਜਾਂਦੇ ਸਾਂ ਤੇ ਅਸੀਂ ਤਖਤੀ ਵੀ ਸੁੱਟ ਆਉਂਦੇ ਸਾਂ ਤੇ ਬਸਤਾ ਵੀ ਸੁੱਟ ਆਉਂਦੇ ਸਾਂ ਤੇ ਬਾਜੀ ਸਾਡੀ ਪਿੱਛੋਂ ਫੜ ਕੇ ਲਿਆਉਂਦੀ ਹੁੰਦੀ ਸੀ ਇਸ ਤਰ੍ਹਾਂ ਦਾ, ਕਿਉਂਕਿ ਸਾਡਾ ਨਾਲ ਦੇ ਪਿੰਡ 'ਚ ਸਕੂਲ ਹੁੰਦਾ ਸੀ ਤੇ ਪੈਦਲ ਚੱਲ ਕੇ ਸੁਵੇ ਜਾਈਦਾ ਸੀ। ਤੇ ਸਵੇਰੇ ਉਸ ਵੇਲੇ ਤੇ ਰਿਵਾਜ ਸੀ ਕਿ ਵੱਡੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਸਨ ਉਹ ਮਾਂ ਦੇ ਨਾਲ ਘਰ ਦੇ ਕੰਮ ਵੀ ਕਰਦੀਆਂ ਸਨ। ਹਾਂ ਬੜੇ ਕੀਤੇ ਨੇ ਬੇਟਾ ਕੰਮ, ਮਾਂ ਦੇ ਨਾਲ ਕੰਮ ਕੀਤੇ ਨੇ, ਬਾਪ ਨਾਲ ਵੀ ਕੰਮ ਕੀਤੇ ਨੇ, ਡੇਰੇ ਦੇ ਵੀ ਕੀਤੇ ਨੇ, ਘਰ ਦੇ ਵੀ ਕੀਤੇ ਨੇ। ਮੈਂ ਆਪਣੇ ਭਰਾਵਾਂ ਤੋਂ ਵੱਡੀ ਸਾਂ ਨਾ ਤੇ ਭਰਾ ਛੋਟੇ ਸਨ ਤੇ ਫਿਰ ਪਹਿਲੇ ਵਕਤਾਂ ਦੇ ਵਿੱਚ ਏਡਾ ਨਾ
ਹੁਣ ਤੇ ਲੋਕ ਆਂਦੇ ਨੇ ਨਾ ਕਿ ਡੇਰੇ ਦਾ ਕੰਮ ਕਰੀਏ ਤੇ ਸ਼ਰਮ ਮਹਿਸੂਸ ਕਰਦੇ, ਉਦੋਂ ਬੜੇ ਰਾਜ਼ੀ ਹੋ ਕੇ ਜਾ ਕੇ ਪਿਓਾਂ ਦੇ ਪਿੱਛੇ ਰੋਟੀ ਲੈ ਕੇ ਜਾਣੀ, ਲੱਸੀ ਲੈ ਕੇ ਜਾਣੀ, ਫਿਰ ਵੰਡਾ ਲੈ ਕੇ ਜਾਣਾ ਖੂਹਾਂ ਤੇ, ਫਿਰ ਪੁੱਤਰ ਉੱਥੋਂ ਸਬਜ਼ੀ ਲੈ ਕੇ ਆਉਣੀ, ਫਿਰ ਆਪਣੇ ਪਿਓਾਂ ਨੂੰ ਪੰਡ ਪੱਠਿਆਂ ਦੀ ਚਕਾਣੀ, ਫਿਰ ਆਪੀ ਵੀ ਚੁੱਕ ਲਿਆਉਣੀ ਨਾਲ, ਅਰੇ ਵਾਹ। ਆਪੀ ਵੀ ਨਾਲ ਚੁੱਕ ਕੇ ਲੈ ਆਈਦੀ ਸੀ ਕਿਉਂਕਿ ਮੈਂ ਵੱਡੀ ਸਾਂ ਨਾ। ਤੇ ਤੁਹਾਡੀ ਅੰਮੀ ਤੁਹਾਡੇ ਨਾਲ ਗੱਲਾਂ ਵੀ ਆਪਣੀਆਂ ਦਿਲ ਦੀਆਂ ਸਾਰੀਆਂ ਕਰਦੇ ਹੋਣ? ਮੇਰੀ ਅੰਮੀ ਮੇਰੀ ਸਹੇਲੀ ਸੀ, ਮੇਰੀ ਮਾਂ ਮੇਰੀ ਸਹੇਲੀ ਸੀ। ਮੇਰੀ ਮਾਂ ਆਂਦੀ ਹੁੰਦੀ ਸੀ ਮੇਰੀ ਧੀ ਮੇਰੇ ਅੱਗੇ ਨਾ ਤੁਰੇ, ਪਿੱਛੇ ਹੋ ਕੇ ਤੇਰੇ ਕਿਤੇ ਨਜ਼ਰ ਨਾ ਲੱਗ ਜਾਏ ਤੈਨੂੰ, ਸ਼ਾਇਦ ਤੈਨੂੰ ਨਜ਼ਰ ਨਾ ਲੱਗ ਜਾਵੇ। ਇਸ ਤਰ੍ਹਾਂ ਦਾ ਪਿਆਰ ਸੀ ਸਾਡਾ ਮਾਵਾਂ ਦੀ। ਮੈਂ ਸਹੇਲੀ ਬਣਾਈ ਕੋਈ ਨਹੀਂ ਸੀ, ਸਾਡੀ ਮਾਂ ਨਾਲ ਹੀ ਦੋਸਤੀ ਸੀ, ਬਹੁਤ ਦੋਸਤ। ਜਿਸ ਦਿਨ ਮੇਰੀ ਅੰਮੀ ਫੌਤ ਹੋਏ ਸਨ ਨਾ, ਤੇ ਮੈਨੂੰ ਲੋਕ ਕਹਿੰਦੇ ਸਨ ਕਿ ਇਸ ਕੁੜੀ ਨੇ ਬਚਣਾ ਨਹੀਂ, ਇਹਨੇ ਨਾਲ ਹੀ ਮਰ ਜਾਣਾ, ਕਿਉਂਕਿ ਇਹਨਾਂ ਮਾਵਾਂ ਧੀਆਂ ਦੀ ਯਾਰੀ ਇਸ ਤਰ੍ਹਾਂ ਦੀ ਸੀ। ਮੇਰੀ ਅੰਮੀ ਦੇ ਨਾਲ ਇਸ ਤਰ੍ਹਾਂ ਦੀ ਦੋਸਤੀ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੇਰੀ ਮਾਂ ਆਂਦੇ ਹੁੰਦੇ ਸਨ ਕਿ ਸ਼ਾਇਦ ਜੇ ਤੂੰ ਮੈਨੂੰ 8 ਦਿਨ ਦਿਸੇ ਨਾ ਤੇ ਮੈਨੂੰ ਪਤਾ ਨਹੀਂ ਕੀ ਹੁੰਦਾ। ਔਰ ਮੈਂ ਇਹ ਪਿੰਡ ਵਿਆਹੇ, ਮੇਰੀ ਸ਼ਾਦੀ ਕੀਤੀ ਤੇ ਉਦੋਂ ਰਸਤੇ ਕੋਨੇ ਸਨ ਹੁੰਦੇ, ਬਹੁਤ ਮੁਸ਼ਕਲ ਨਾਲ ਨਾ ਮੈਂ ਨਦੀਆਂ ਚੀਰ ਕੇ ਤੇ ਆਪਣੀ ਮਾਂ ਕੋਲ 8 ਦਿਨ ਤੁਰ ਜਾਣਾ ਕਰਨਾ, ਤੇ ਜਾ ਕੇ ਮਾਂ ਦੇ ਮੰਮੀ ਮੇਰੀ ਨੇ ਭਾਂਡੇ ਧੋਂਦੇ ਉਹਨਾਂ ਫਟਾਫਟ ਆਖਣਾ ਲਿਆਓ ਮੰਮੀ ਮੈਂ ਧੋਵਾਂ, ਕੱਪੜੇ ਇਸਤਰੀ ਕਰ, ਸਾਰਾ ਦਿਹਾੜੀ ਦੇ ਵਿੱਚ ਸਾਰੇ ਕੰਮ ਆਪਣੀ ਮਾਂ ਦੇ ਕਰਕੇ ਤੇ ਆ ਜਾਂਦੇ। ਪਿੱਛੇ ਮੇਰੇ ਬੱਚੇ ਹੁੰਦੇ ਸਨ। ਘਰ ਹੀ ਛੱਡ ਕੇ ਜਾਂਦੇ ਸੀ? ਹਾਂ, ਮੈਂ ਮੇਰੇ ਸਕੂਲ ਜਾਂਦੇ ਸਨ ਨਾ ਬੱਚੇ, ਛੋਟੇ ਨੂੰ ਨਾਲ ਲੈ ਜਾਣਾ ਤੇ ਵੱਡਿਆਂ ਨੂੰ ਘਰ ਛੱਡ ਜਾਣਾ। ਤੇ ਉਂਝ ਵੀ ਮਾਂ ਦੇ ਜਾਣ ਤੋਂ ਬਾਅਦ ਜਦੋਂ ਸਭ ਤੋਂ ਵੱਡੀ ਜਿਹੜੀ ਭੈਣ ਹੈ ਉਹ ਮਾਂ ਆਪ ਤੇ ਬਣ ਜਾਂਦੀ ਹੈ, ਪਰ ਬੇਟਾ ਜੀ ਮੈਂ ਪਿੰਡ ਛੱਡਣ ਨੂੰ ਤਿਆਰ ਸਾਂ ਕਿ ਮੈਂ ਪੇਕੇ ਹੀ ਤੁਰ ਜਾਵਾਂ, ਕਿ ਮੈਂ ਮੇਰੇ ਕੋਲ ਰਹਿ ਨਹੀਂ ਸੀ ਰਹਿੰਦੀ, ਲੇਕਿਨ ਫਿਰ ਕੁਝ ਐਸੀਆਂ ਮਜਬੂਰੀਆਂ ਹੁੰਦੀਆਂ ਨੇ, ਫਿਰ ਗੁਜ਼ਾਰਾ ਕਰਨਾ ਪੈਂਦਾ। ਲੇਕਿਨ ਉਹ ਚੰਦ ਦਿਨ ਜਿਹੜੇ ਸਨ ਨਾ, ਮੈਂ ਬਚਣ ਵਾਲੀ ਮੇਰੀ ਜ਼ਿੰਦਗੀ ਨਹੀਂ ਸੀ, ਮੇਰੀ ਜ਼ਿੰਦਗੀ ਇਹ ਸੀ ਕਿ ਮੈਂ ਨਾਲ ਹੀ ਜਾਣਾ ਆਪਣੀ ਮਾਂ ਦੇ। ਤੇ ਫਿਰ ਅੱਲਾਹ ਤਾਲਾ ਆਂਦੇ ਨੇ ਨਾ, ਉਹ ਮੋਏ ਲੱਗੇ ਕੰਧੀ ਤੇ ਜਿਉਂਦੇ ਲੱਗੇ ਤੰਦੀ, ਸਿਆਣਿਆਂ ਦੀ ਗੱਲ ਇਹ ਵੇ ਨਾ। ਤੇ ਫਿਰ ਜਦੋਂ ਦੁਨੀਆ ਤੋਂ ਜਿਹੜਾ ਤੁਰ ਜਾਂਦਾ ਉਹ ਤੇ ਕੰਧਾਂ ਦੇ ਵਿੱਚ ਆ ਜਾਂਦਾ, ਉਹ ਤੇ ਨਹੀਂ ਨਿਕਲ ਸਕਦਾ। ਤੇ ਅਸੀਂ ਲੋਕ ਫਿਰ ਜਿਹੜੇ ਜ਼ਿੰਦਾ ਭੁੱਲਣਾ ਹੈ, ਕੰਮ ਵੀ ਕਰਨਾ ਹੈ, ਖਾਣਾ ਵੀ ਹੈ, ਸਿਰ ਧੋਣਾ ਵੀ ਹੈ, ਸਿਰ ਨੂੰ ਕੰਘੀ ਵੀ ਫੇਰਨੀ ਹੈ, ਇਸ ਤੰਦ ਵਾਲੇ ਕੱਪੜਾ ਵੀ ਪਾਣਾ। ਇਸ ਵਾਸਤੇ ਮਿਸਾਲ ਬਣ ਗਈ ਨਿੱਕੀ ਜਿਹੀ, ਮੋਏ ਲੱਗੇ ਕੰਧੀ ਤੇ ਜਿਉਂਦੇ ਲੱਗੇ ਤੰਦੀ। ਗੱਲ ਸੱਚੀ ਹੈ ਕਿ ਨਹੀਂ? ਬਿਲਕੁਲ ਸੱਚੀ, ਬਿਲਕੁਲ ਸੱਚੀ। ਪਰ ਅੰਦਰ ਤੁਸੀਂ ਉਹੀ ਦੁਨੀਆਦਾਰੀ ਤੇ ਕੰਮ ਤੇ ਕਰ ਰਹੇ ਹੁੰਦੇ ਹੋ, ਪਰ ਅੰਦਰ ਕੁਛ ਇੰਜ ਲੱਗਦਾ ਜਿਸ ਤਰ੍ਹਾਂ ਕੋਈ ਦਿਲ ਦਾ ਇੱਕ ਹਿੱਸਾ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ। ਪੁੱਤਰ, ਮਾਵਾਂ ਤੇ ਚਿੜੀਆਂ ਕਾਵਾਂ ਨੂੰ ਬੜੀਆਂ ਪਿਆਰੀਆਂ ਨੇ, ਤੇ ਇਨਸਾਨ ਹੀ ਹੁੰਦੇ ਨੇ। ਚਿੜੀਆਂ ਕਾਂ ਜਿਹੜੇ ਨੇ ਨਾ, ਉਹ ਵੀ ਮਾਂ ਕਿੱਥੋਂ ਚੋਗਾ ਲੱਭੇ ਤੇ ਲਿਆ ਕੇ ਪੁੱਤਰਾਂ ਦੇ ਮੂੰਹ 'ਚ, ਧੀਆਂ ਦੇ ਮੂੰਹ 'ਚ ਪਾ ਲੈਂਦੀ, ਤੇ ਆਪ ਭਾਵੇਂ ਭੁੱਖੀ ਰਵੇ। ਹਾਲੀ ਤੱਕ ਮੇਰੀ ਆਦਤ ਹੈ, ਮੈਂ ਰਾਤ ਨੂੰ ਦਸਤਰਖਾਨ ਤੇ ਮੇਰੇ ਬੱਚਿਆਂ ਨੇ ਮੇਰੀ ਬਹੂ ਸਜਾਇਆ ਹੁੰਦਾ ਹੈ ਦਸਤਰਖਾਨ, ਤੇ ਮੈਂ ਵੇਂਦੀ ਰਹਿੰਦੀ ਹਾਂ ਕਿਹਦੀ ਪਲੇਟ 'ਚ ਜ਼ਿਆਦਾ ਤੇ ਕਿਹਦੀ 'ਚ ਥੋੜਾ, ਤੇ ਫਿਰ ਮੈਂ ਉਹ ਹਿਸਾਬ ਦੀ ਸ਼ੈ ਲੈਣੀ ਆ। ਇਹਨਾਂ ਬੱਚਿਆਂ ਨੂੰ ਨਹੀਂ ਪਤਾ, ਮੈਂ ਉਹ ਹਿਸਾਬ ਦੀ ਸ਼ੈ ਲਵਾਂਗੀ ਕਿ ਮੇਰੇ ਬੱਚਿਆਂ ਨੂੰ ਨਾ ਕਮੀ ਆਵੇ। ਦੱਸਣਾ ਤੇ ਫਜ਼ੂਲ ਹੁੰਦਾ ਹੈ ਨਾ, ਤੇ ਹਾਲੀ ਕਿ ਬੇਸ਼ੁਮਾਰ ਹਰ ਚੀਜ਼ ਹੁੰਦੀ ਹੈ, ਲੇਕਿਨ ਮੇਰਾ ਹੌਸਲਾ ਨਹੀਂ ਪੈਂਦਾ। ਮੈਂ ਨਹੀਂ ਪਹਿਲੂ ਇਹ ਖਾ ਲੈਣਗੇ ਨਾ ਤੇ ਫੇਰ ਮੈਂ ਲਵਾਂਗੀ, ਤੇ ਜੇ ਹੋਵੇ ਵੀ ਨਾ ਤੇ ਫੜ ਕੇ ਆਣੀ ਆ ਪੋਤਰੇ ਨੂੰ ਦਿਆਂਗੇ, ਤੈਨੂੰ ਤੂੰ ਨਹੀਂ ਲਿਆ ਪੁੱਤਰ ਤੂੰ ਲੈ ਲੈ, ਬੱਚਿਆਂ ਨੂੰ ਧਿਆਨ ਦੀ। ਇਹ ਮਾਂ ਦਾ ਪੁੱਤਰ ਅਸੂਲ ਹੁੰਦਾ। ਕਈ ਮਾਵਾਂ ਦੀਆਂ ਨਾ ਢਿੱਡ ਦੀਆਂ ਰਾਜ਼ੀ ਹੁੰਦੀਆਂ ਨੇ, ਲੇਕਿਨ ਨਹੀਂ, ਜਿਹੜੀ ਮਾਂ ਹੁੰਦੀ ਹੈ ਨਾ ਉਹ ਔਲਾਦ ਨਾਲ ਜ਼ਿੰਦਾ ਰਹਿੰਦੀ ਹੈ। ਤਨ ਲੱਗੇ ਸੋਇਓ ਜਾਣੇ, ਕਿਸੇ ਦੀ ਲੱਗੀ ਕੋ ਨਾ ਜਾਣੇ। ਤੁਹਾਡੀ ਵਿਕੀ ਚੀਮਿਆ ਤੇ ਮੈਂ ਚੀਮਿਆ, ਤੇਰੀ ਮਾਂ ਜਿਉਂਦੀ ਹੈ ਨਾ ਤੈਨੂੰ ਤਾਂ ਨਹੀਂ ਪਤਾ। ਅੱਲਾ ਹਮੇਸ਼ਾ ਸਲਾਮਤ ਰੱਖੇ। ਤੇ ਜਿਨ੍ਹਾਂ ਦੀਆਂ ਦੁਨੀਆ ਤੋਂ ਗਈਆਂ ਨੇ ਨਾ ਤਕਲੀਫ, ਉਹਨਾਂ ਨੂੰ ਰੁੱਗ ਭਰੇ ਜਾਂਦੇ ਨੇ, ਸਮਝ ਆਈ ਹੈ? ਇਹ ਗੱਲ ਹੁੰਦੀ ਹੈ, ਹਮੇਸ਼ਾ ਜਿਹੜੀ ਮਿਸਾਲ ਹੁੰਦੀ ਹੈ ਨਾ ਉਹ ਸੱਚੀ ਕਿਸੇ ਬਣਾ ਛੜੀ ਹੈ। ਤੇ ਮਾਵਾਂ ਵਾਲੇ ਜਿਹੜੇ ਨੇ ਖਾਣ ਖੀਰਾਂ ਤੇ ਭੁੱਖੇ, ਮਾਵਾਂ ਤੋਂ ਬਗੈਰ ਜਿਹੜੇ ਨੇ ਉਹ ਖਾਣ ਸੁੱਕੇ ਟੁੱਕਰ, ਉਹ ਸੱਚੀਆਂ ਗੱਲਾਂ ਨੇ। ਉਹ ਖੀਰ ਮਾਂ ਭਾਵੇਂ ਕਿਤੋਂ ਗੁਆਂਢੀਆਂ ਲੋ ਨਾ ਮੰਗ ਕੇ ਲੈ ਆਵੇ, ਕਹਿੰਦੀ ਖਾ ਲੈ ਵੇ ਪੁੱਤਰਾ, ਖਾ ਲੈ, ਖਾ ਖਾ ਛੇਤੀ ਖਾ। ਤੇ ਜਿਹੜੇ ਟੁੱਕਰ ਨੇ ਉਹ ਮੋਈਆਂ ਵਾਲੇ ਜਿਹਦੀ ਮਰਜ਼ੀ ਬਰੂਤ ਜਾ ਕੇ ਟੁੱਕਰ ਕੋ ਦੇਵੇ ਤੇ ਖਾ ਲੈਂਦੇ ਨੇ। ਗੱਲ ਤੇ ਬਿਲਕੁਲ ਸੱਚੀ ਹੈ। ਕੀ ਖਿਆਲ ਹੈ? ਬਿਲਕੁਲ ਸੱਚੀ ਗੱਲ। ਉਹ ਦਹੀਂ ਨੂੰ ਵੀ ਮਾਂ ਖੀਰ ਆਖ ਲੈਂਦੀ ਹੈ, ਉਹ ਖੀਰ ਨੂੰ ਹੀ ਖੀਰ ਆ ਲਈ, ਚੌਲਾਂ ਨੂੰ ਵੀ ਖੀਰ ਆ ਕੇ ਤੇ ਬੱਚੇ ਨੂੰ ਖਵਾ ਲੈਂਦੀ ਹੈ। ਤੇ ਜਿਹੜੇ ਮਾਵਾਂ ਵਾਲੇ ਨੇ ਜਿੱਥੋਂ ਲੱਭੇ ਟੁੱਕਰ ਉਹ ਨਾ ਫੜ ਕੇ ਤੇ ਐਂਦੋਰਾ ਕਰਕੇ ਤੇ ਖਾ ਲੈਂਦੇ ਨੇ।
ਤੁਹਾਨੂੰ ਸਾਰੇ ਪੁੱਤਰਾਂ ਚੋਂ ਸਭ ਤੋਂ ਪਿਆਰਾ ਕੌਣ ਹੈ? ਮੈਨੂੰ ਮੇਰਾ ਪੁੱਤਰ ਕਦੀ ਕਿਸੇ ਮਾਂ ਨੂੰ ਦੋਗਲੀ ਲਾਤ ਤੇ ਨਹੀਂ ਨਾ ਹੁੰਦੀ। ਮਾਂ ਦੇ ਵਾਸਤੇ ਤੇ ਥੋੜੀ ਜਿਹੀ, ਅੱਗੇ ਤੇ ਲੋਕਾਂ ਦੇ ਟੋਕਰਾ ਟੋਕਰਾ ਬਾਲ ਸਨ ਤੇ ਉਹ ਵੀ ਪਿਆਰੇ ਲੱਗਦੇ ਸਨ, ਤੇ ਮੇਰੇ ਤੇ ਆਈ ਝੁੱਗੇ ਚ ਤਰੇ ਨੇ। ਹਾਂ, ਮੇਰੇ ਤੇ ਮੰਗੀ ਲੋੜੀ ਤੇ 3 ਪੁੱਤਰ ਨੇ। ਇੱਕ ਮੇਰਾ ਰਹਿੰਦੀ ਦੁਨੀਆ ਤੱਕ ਜਿਉਂਦਾ ਰਵੇ ਪਰਦੇਸ ਚ ਉੱਥੇ ਵੇ, ਤੇ ਆ 2 ਮੇਰੇ ਚੰਨ ਇੱਥੇ ਨੇ। ਇੱਕ ਮੇਰੇ ਖੱਬੇ ਹੁੰਦਾ, ਇੱਕ ਮੇਰੇ ਸੱਜੇ ਹੁੰਦਾ। ਤੇ ਉਹ ਨਿੱਕਾ ਮੇਰਾ ਲਾਡਲਾ ਬਹੁਤਾ, ਉਹ ਮੇਰੇ ਨਾਲ ਲੜਦਾ ਵੀ ਬਹੁਤ ਹੈ ਤੇ ਲਾਡਲਾ ਵੀ ਬਹੁਤ ਹੈ। ਤੇ ਇਹ ਜਿਹੜੇ ਨੇ ਇਹਨਾਂ ਨੂੰ ਮੈਂ ਝਾੜ ਫੰਡ ਲੈਣੀ, ਉਹਨੂੰ ਨੇ ਕਦੀ ਝਾੜਿਆ। ਤੇ ਬਚਪਨ ਚ ਤੰਗ ਕਰਦੇ ਸਨ ਖਾਣ ਪੀਣ ਚ? ਤੇ ਪੁੱਤਰ ਇਹ ਤੇ ਅਜੇ ਵੀ ਸਤਾ ਬੜਾ ਦਿੰਦੇ ਨੇ ਖਾਣ ਪੀਣ ਪਿੱਛੇ। ਇਹਨਾਂ ਦੀ ਕਿਹੜੀ ਗੱਲ, ਇਹਨਾਂ ਨੇ ਤੇ ਰਾਤ ਨੂੰ 100 ਸ਼ਹਿਰ ਰੱਖੀ। ਮੈਂ ਇੰਨਾ ਸ਼ੁਕਰ ਅੱਲਾ ਦਾ ਕੀਤਾ ਜਿਸ ਦਿਨ ਦੇ ਵਿਆਹ ਨੇ ਨਾ ਜਨਾਨੀਆਂ ਦੇ ਗੱਲ ਪਵੋ ਮੇਰੇ ਘਰੋਂ। ਮੈਂ ਕਿਹਾ ਮੈਂ ਬਿਲਕੁਲ ਨਾ ਲੂਣ ਤੇ ਨਾ ਮਿਰਚ ਅਮਨ ਦਖਲ ਦੇਣੀ ਹੈ। ਮੈਂ ਕਿਹਾ ਥੋੜਾ ਪਾਣਗੀਆਂ ਨਾ ਤੇ ਸਾਈ ਜਾਣ, ਬਹੁਤਾ ਪਾਣਗੇ ਤੇ ਬੁਲਾਈ ਜਾਣ। ਬੁਲਾਵਾ ਨੂੰਹਾਂ ਹੋ ਗਈਆਂ ਤੇ ਸਾਈ ਬੰਦੇ ਹੋ ਗਏ। ਕੀ ਕਿਹਾ, ਮੈਂ ਟੈਨਸ਼ਨ ਹੀ ਨਹੀਂ ਲਈ। ये बिल्कुल हमारी भाभियां ना सुने। ਕੋਈ ਨਹੀਂ, ਭਾਬੀਆਂ ਦਾ ਮਤਲਬ ਇਹ ਵੇ ਕਿ ਸਾਈ ਜਾਣੇ ਬੁਲਾਈ ਜਾਣੇ, ਥੋੜਾ ਪਾਣ ਬਹੁਤਾ ਪਾਣ, ਸਾਨੂੰ ਇਹ ਹੀ ਪਤਾ ਕਿ ਸਾਨੂੰ ਜਿਹੜਾ ਥਾਲੀ ਚ ਪਾ ਦੇਣੇ ਉਹ ਹੀ ਖਾਣਾ। ਕੀ ਖਿਆਲ? बिल्कुल। ਇੰਨਾ ਕੁ ਕੰਮ ਹੈ ਸਾਡਾ ਪੁੱਤਰ। ਮੇਰੀ ਨਾ ਸੁਸਰ ਦਾ ਇੰਤਕਾਲ ਹੋ ਗਿਆ ਸੀ ਤੇ ਮੇਰੇ ਮੀਆਂ ਨੇ ਵਾਵਾ ਪੈਸੇ ਲਿਆ ਕੇ ਦੇਣੇ ਮੇਰੀ ਸੱਸ ਨੂੰ, ਤੇ ਉਹਦੇ ਬਾਅਦ ਵੀ ਨਾ ਉਹਨਾਂ ਨੇ ਜਾਣਾ ਮਹੀਨੇ ਬਾਅਦ ਆਪਣੀ ਪੈਨਸ਼ਨ ਲੈਣ ਵਾਸਤੇ, ਤੇ ਕਹਿਣਾ ਮੈਂ ਹਾਲੇ ਤੁਹਾਡੇ ਸਿਰ ਤੇ ਨਹੀਂ ਪਈ, ਇਹ ਮੈਂ ਵੀ ਬੰਦੇ ਦੀ ਕਮਾਈ ਹੈ। ਤੇ ਬੰਦੇ ਦੀ ਕਮਾਈ ਦਾ ਜਿਹੜਾ ਰੋਬ ਹੈ ਕਿੰਨਾ ਕੁ ਪਾਉਂਦੇ ਇਹ ਪੁੱਤਰ ਮੇਰਾ, ਮੈਂ ਅਜੇ ਵੀ ਆਨੀ ਆ ਵੇ ਚਲੋ ਵੇ ਆਰਾਮ ਨਾਲ ਬੋ, ਮੈਂ ਤੁਹਾਡਾ ਕੁਛ ਵੀ ਨਹੀਂ ਖਾਂਦੀ, ਮੇਰੀ ਜ਼ਮੀਨ ਹੈ। ਮੇਰਾ ਬੰਦੇ ਦੀ ਪੈਨਸ਼ਨ ਹੈ ਤੇ ਪੈਨਸ਼ਨ ਭਾਵੇਂ 20,000। ਕੀ ਖਿਆਲ? ਬਿਲਕੁਲ ਸਹੀ ਪੁੱਤਰ ਇਹ ਗੱਲ ਹੁੰਦੇ ਖਸਮਾਂ ਦੇ ਨਾਲ ਮਾਣ ਹੁੰਦਾ। ਗੱਲ ਬਹੁਤੀਆਂ ਕੀ ਥੋੜੀਆਂ ਕੀ, ਗੱਲ ਇਹ ਵੇ ਕਿ ਮਾਣ ਹੁੰਦਾ। ਪੁੱਤਰ ਜਿਉਂਦੇ ਰਹਿਣ ਹੁੰਦਾ ਤੇ ਮਾਣ ਪੁੱਤਰਾਂ ਨਾਲ ਵੀ ਹੈ, ਲੇਕਿਨ ਇੱਕ ਖਸਮ ਅੱਲਾਹ ਤਾਲਾ ਨੇ ਇੱਕ ਲਹਿਦਾ ਚੀਜ਼ ਬਣਾਈ ਹੈ ਨਾ, ਇਹਦਾ ਮਾਣ ਰੱਖਣਾ ਵੀ ਚਾਹੀਦਾ। ਜਿਹੜੀ ਅਸਲੇ ਵਾਲੀ ਔਰਤ ਹੈ ਨਾ, ਉਹ ਆਪਣੇ ਖਸਮ ਦਾ ਮਾਣ ਰੱਖੇ ਤੇ ਰਾਜ ਕਮਾਉਂਦੀ ਹੈ, ਤੇ ਜਿਸ ਬੀਬੀ ਨੇ ਆਪਣੇ ਖਸਮ ਦਾ ਮਾਣ ਨਹੀਂ ਰੱਖਣਾ, ਉਹ ਫਿਰ ਰਾਜ ਕਰਦਾ, ਉਹ ਤੇ ਫਿਰ ਦਰਾਜ਼ ਹੀ ਬਣਿਆ ਰਵੇਗਾ। ਨਹੀਂ, ਅੱਜ ਕੱਲ ਵਾਕਈ ਬੜਾ ਮਸਲਾ ਹੋ ਗਿਆ ਕਿ ਕੁੜੀਆਂ ਇਹ ਗੱਲ ਸਮਝਦੀਆਂ ਹੀ ਨਹੀਂ ਕਿ ਸਮਝਣਾ ਪੁੱਤਰ ਚਾਹੀਦਾ ਹੈ। ਪੁੱਤਰ ਜਿਸ ਬੀਬੀ ਦੇ ਸਿਰ ਤੇ ਸਾਇਆ ਖਸਮ ਦਾ ਨਾ, ਉਹ ਕਦੀ ਵੀ ਨਹੀਂ ਨਾ ਕਿਸੇ ਮੈਦਾਨ ਚੋਂ ਨਹੀਂ ਹਾਰਦੀ, ਤੇ ਜਿਹਦੇ ਸਿਰ ਤੇ ਖਸਮ ਦਾ ਸਾਇਆ ਨਹੀਂ ਨਾ, ਉਹ ਆਪਣੀ ਮੂੰਹ ਜ਼ੋਰ ਹੁੰਦੀ ਹੈ, ਜਿਹਦੇ ਨਾਲ ਮਰਜ਼ੀ ਜਿਵੇਂ ਮਰਜ਼ੀ ਕੂਲ ਲਵੇ, ਤੇ ਫਿਰ ਉਹ ਆਪ ਹੀ ਨੁਕਸਾਨ ਉਠਾਇਆ ਜਾਂਦਾ ਨਾ। ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਹੋ। ਭਾਵੇਂ ਬੰਦਾ ਕਿਸੇ ਗੱਲ ਤੋਂ ਮਨਾ ਕਰੇ ਜਾਂ ਨਾ ਕਰੇ, ਲੇਕਿਨ ਉਹਦਾ ਡਰ ਜ਼ਰੂਰੀ। ਉਹ ਔਰਤ ਕਾਦੀ ਜਿਹਨੂੰ ਡਰ ਹੀ ਨਾ ਹੋਵੇ ਮਰਦ ਦਾ। ਬਿਲਕੁਲ, ਤੇ ਮਰਦ ਰੋਬ ਵਾਲਾ ਹੀ ਚੰਗਾ ਲੱਗਦਾ। ਮੈਂ ਨਹੀਂ ਰੋਬ ਵਾਲਾ ਨਹੀਂ ਰਾਈ ਤੇ ਨਾ ਹੋਵੇ, ਥੋਮ ਛਿਲ ਕੇ ਦੇਵੇ ਤੇ ਅੱਗ ਬਾਲ ਕੇ ਦੇਵੇ ਤੇ ਡੋਈ ਪਿਆ ਫੇਰੇ, ਉਹ ਬੰਦਾ ਤੇ ਨਾ ਹੋਵੇ ਤੇ ਵਿਚਾਰਾ ਨੌਕਰ ਹੁੰਦਾ। ਮੈਂ ਹਾਲੇ ਵੀ ਵੇਖਦੀ ਹਾਂ ਤੁਸੀਂ ਹਾਜੀ ਸਾਹਿਬ ਤੋਂ ਬਹੁਤ ਡਰਦੇ ਹੋ। ਮੈਂ ਤੇ ਮੇਰਾ ਫਰਜ਼ ਹੈ ਡਰਨਾ ਕਿ ਨਾ ਡਰਾ। ਉਹ ਹਾਜੀ ਸਾਹਿਬ ਜਿਹੜੇ ਨੇ ਨਾ, ਉਹ 15 ਦਿਨ ਕਰਾਰਾ ਹੁੰਦੇ ਨੇ। ਸੋਹਣਾ ਲੂਣ ਮਿਰਚ ਤੇਜ਼ ਫੁੱਲ ਹੁੰਦੀ ਹੈ। ਅੱਛਾ, ਹਾਂਜੀ। ਤੇ ਕਦੀ ਨਾਲੇ ਪੁਲਿਸ ਵਾਲਾ ਬੰਦਾ ਕਦੀ ਮੱਠਾ ਕੁਇਆ ਹੀ ਨਹੀਂ। ਉਹ ਤੇ ਪੂਰਾ ਫਿਰ ਰੋਬ ਚੱਲਦਾ ਹੋਏਗਾ। ਮੈਂ ਨਹੀਂ ਪੁੱਤਰ ਪੁਲਿਸ ਵਾਲੇ ਬੰਦੇ ਨੂੰ ਜਿੰਨਾ 10-15 ਦਿਨ ਡੰਗ ਨਾ ਮਾਰੇ, ਉਹਦਾ ਨਹੀਂ ਰਹਿ ਰਹਿੰਦੀ, ਉਹਦੀ ਨਹੀਂ ਪੁੱਤਰ ਰਹਿ ਰਹਿੰਦੀ, ਉਹਨੂੰ ਆਦਤ ਪਈ ਹੁੰਦੀ ਹੈ ਵਿਚਾਰੇ ਨੂੰ। ਕੁੱਤੇ ਨੂੰ ਪਸੰਦ ਆਈ ਆ ਇਹ ਗੱਲ ਬਹੁਤ ਜ਼ਿਆਦਾ। ਉਹ ਤੇਰੇ ਖਾਨਦਾਨ ਚ ਹੈ ਮੇਰਾ ਗਮ ਇੱਕ ਜੈਸਾ। ਪੁੱਤਰ ਤੇਰਾ ਵੀ ਕੋਈ ਲੱਗਦਾ ਲਾੜਾ ਹੈ ਪੁਲਿਸ ਚ? ਆਵਾਜ਼ ਆਈ ਨਹੀਂ ਤੁਹਾਨੂੰ? ਤੇਰਾ ਸਿਰ ਦਾ ਸਾਈਂ ਹੈ ਪੁਲਿਸ ਚ? ਚੁੱਪ ਕਰ ਜਾ ਆ ਜਾਈਦਾ। ਬਸ ਇਹ ਗੱਲ ਸਾਡੇ ਦੋਵਾਂ ਚ ਰਵੇ, ਜਿਹੜੇ ਥੋੜੇ ਜਿਹੇ ਲੋਕ ਵੇਖ ਰਹੇ ਨੇ ਬਸ। ਚੱਲ ਕੋਈ ਨੀ, ਲੋਕਾਂ ਨੂੰ ਜਿਨ੍ਹਾਂ ਦੇ ਤੇ ਪੁਲਿਸ ਵਾਲੇ ਹੋਣੇ ਨੇ ਉਹਨਾਂ ਦੇ ਕੰਨ ਖੜੇ ਕਰ ਲੈਣੇ ਨੇ। ਸਾਡੇ ਹੁਣ ਹਾਜੀ ਸਾਹਿਬ ਅਜ਼ਾਨ ਦਿੱਤੀ ਨੇ, ਨਮਾਜ਼ ਪੜ੍ਹਨ ਗਏ ਨੇ, ਤੇ ਹੁਣੇ ਆ ਜਾਣੇ ਤੇ ਆ ਤੁਹਾਡੀਆਂ ਬੰਦੂਕਾਂ ਸ਼ਦੂਕਾਂ ਉਹਨੇ ਬੰਦ ਕਰਾ ਛੱਡਣੀਆਂ। ਹੁਣੇ ਵੀ ਡਰਦੇ ਹੋ? ਬਿਲਕੁਲ ਡਰ ਤੇ ਹੈ। ਅੱਛਾ, ਤੇ ਉਹ ਜਦੋਂ ਕਿਉਂਕਿ ਮੇਰਾ ਖਿਆਲ ਹੈ ਵਾਲਿਦ ਸਾਹਿਬ ਨੂੰ ਕਦੀ ਵੀ ਰੋਬ ਆ ਸਕਦਾ ਹੈ, ਤੇ ਉਹ ਕਦੀ ਵੀ ਡਾਂਟ ਸਕਦੇ ਨੇ, ਤੇ ਕਦੀ ਹੋਇਆ ਕਿ ਤੁਸੀਂ ਕਰ ਰਹੇ ਹੋ, ਬਾਈ ਕਰ ਰਹੇ ਹੋ ਵਲੌਗਿੰਗ, ਤੇ ਉਹਨਾਂ ਨੇ ਕਿਹਾ ਕਿ ਬੰਦ ਕਰੋ ਇਹ ਸਭ ਕੁਝ? ਨਹੀਂ, ਐਸਾ ਐਡਾ ਵਾਧੂ ਤਮਾਸ਼ਾ ਕਦੀ ਲਾਇਆ ਹੀ ਨਹੀਂ। ਐ ਚੁੱਪ ਚਪੀਤੇ 1-2 ਫੋਟੋ ਖਿੱਚਣੀ ਹੁੰਦੀ ਹੈ, ਖਿੱਚ ਕਰਦੀ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ, ਕੋਲ ਹੀ ਬੈਠੇ ਹੁੰਦੇ ਨੇ।
ਕੋਈ ਨਹੀਂ ਏਡਾ ਉਹਨਾਂ ਨੇ ਏਡੇ ਬਹੁਤਾ ਨਹੀਂ ਹਰ ਗੱਲ ਦੇ ਵਿੱਚ ਹੀ ਡੋਈ ਫੇਰਤੇ ਜਿਹੜੀ ਉਹਨਾਂ ਦੀ ਗੱਲ ਨਾ ਪਸੰਦ ਹੋਵੇ ਨਾ ਉਹਦੇ ਵਿੱਚ ਫਿਰ ਉਹ ਇੰਟਰਫੇਅਰ ਲੈਂਦੇ ਨੇ। ਤੇ ਫਿਰ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਗੱਲ ਨਹੀਂ ਬਿਲਕੁਲ ਲੈਣਾ ਚਾਹੀਦਾ ਕਿ ਉਹਨਾਂ ਦਾ ਹੱਕ ਵੀ ਡਰਨਾ ਵੀ ਸਾਡਾ ਫਰਜ਼ ਹੈ। ਪੁੱਤਰ ਡਰਦੇ ਨੇ ਬੜਾ ਪੁੱਤਰਾਂ ਨੇ ਦੀ ਤੇ ਜ਼ਰੂਰਤ ਨਹੀਂ ਉਹਨਾਂ ਦੇ ਸਾਹਮਣੇ ਬਹਿ ਕੇ ਤੇ ਕੋਈ ਗੱਲ ਵੀ ਕਰਨ ਦੀ। ਜੇ ਹਾਸੇ ਮਾਈਆਂ ਮੇਰੇ ਨਾਲ ਨੇ ਇਹਨਾਂ ਦੇ ਪਿਓ ਨਾਲ ਨਹੀਂ ਏਡਾ ਫਰੀ ਹੁੰਦੇ ਤੇ ਨਾ ਉਹ ਕਰਦੇ ਹੀ ਨੇ। ਉਹ ਤੇ ਪੋਤਰਿਆਂ ਨੂੰ ਵੀ ਜਦੋਂ ਦਿਲ ਕਰਦਾ ਨਾ ਤੇ ਮੈਂ ਨਹੀਂ ਜ਼ਰਾ ਹੌਲੀ ਇਹਨਾਂ ਨਾਲ ਹੱਥ ਰੱਖਿਆ ਕਰੋ। ਉਹਨਾਂ ਨੂੰ ਪੋਤਰਿਆਂ ਨੂੰ ਖਲਿਆ ਕਰੋ, ਹੁਣੇ ਮਸੀਤੇ ਚਲੋ, ਹੁਣੇ ਮਸੀਤੇ ਚਲੋ। ਮੈਂ ਰੋਜ਼ਾ ਖੋਲ ਲੈਣੇ ਜੇ ਸਾਹ ਲੈ ਲੈਂਦੇ ਮੌਲਵੀ ਵੀ ਅਜੇ ਥੱਕਿਆ ਰੋਜ਼ਾ ਖੋਲ ਕੇ। ਤੇ ਐਤੀ ਵਾਲੀ ਗੱਲ ਹੈ, ਪੁਲਿਸ ਵਾਲੇ ਨੂੰ ਸਾਰੀ ਜ਼ਿੰਦਗੀ ਕਿਸ ਤਰ੍ਹਾਂ ਸਾਂਭ ਕੇ ਰੱਖੀਦਾ ਹੈ? ਪੁੱਤਰ ਦਾ ਵਿੱਚ ਪਾ ਕੇ ਬਿਲਕੁਲ ਠੀਕ। ਤੂੰ ਮੇਰੀ ਧੀ ਦਾ ਰੋਣ ਵਾਲਾ ਇਰਾਦਾ ਤੇ ਮੈਂ ਨਹੀਂ ਧੀਆਂ ਨੂੰ ਰੋਂਦੀਆਂ ਵੇਖ ਸਕਦੀ। ਮੈਂ ਬਿਲਕੁਲ, ਮੈਂ ਕਿਉਂ ਰੋਵਾਂ? ਮੇਰਾ ਨਹੀਂ ਮੇਰੀ ਦਿਲ ਮਾਂ ਕੋਲ ਕਰਦਾ ਬੈਠੀ ਮੈਨੂੰ ਧੀਆਂ ਰੋਂਦੀਆਂ ਦਿਸਣ। ਇੱਕ ਅੱਥਰ ਵੀ ਜਿਹੜੀ ਹੈ ਨਾ ਮੈਨੂੰ ਉਹ ਵੀ ਨਹੀਂ ਵਾਰਾ ਖਾਂਦਾ। ਜਿੱਥੇ ਜਿੱਥੇ ਮੇਰੀਆਂ ਧੀਆਂ ਵੱਸਦੀਆਂ ਮੈਨੂੰ ਉਹਨਾਂ ਦੀ ਅੱਥਰ ਵਾਰਾ ਨਹੀਂ ਖਾਂਦੀ। ਬਸ ਮੇਰਾ ਇੱਕੋ ਹੀ ਇਹੀ ਲਫ਼ਜ਼ ਹੈ, ਮਾਵਾਂ ਤੇ ਧੀਆਂ ਦੀ ਦੋਸਤੀ ਆਂਦੇ ਨੇ ਟੁੱਟੇ ਕਹਿਰਾਂ ਕੁਫਰਾਂ ਨਾਲ। ਸੱਚੀ ਇਹ ਗੱਲ ਨਾ, ਬਿਲਕੁਲ ਸੱਚੀ। ਉਹ ਇਹ ਹੈ ਕਿ ਮਾਵਾਂ ਧੀਆਂ ਦੀ ਦੋਸਤੀ ਜਿਹੜੀ ਹੈ ਨਾ ਇਹ ਅਜ਼ਲਾਂ ਤੋਂ ਬਣੀ ਹੈ ਤੇ ਜਦੋਂ ਟੁੱਟਦੀ ਹੈ ਨਾ ਤਾਂ ਕਹਿਰਾਂ ਕੁਫਰਾਂ ਨਾਲ ਟੁੱਟਦੀ ਹੈ। ਬਿਲਕੁਲ ਸਹੀ ਗੱਲ ਹੈ। ਤੁਸੀਂ ਮਾਮਾ ਯਾਂਡਾ ਨਾਲ ਵੀ ਬੜਾ ਪਿਆਰ ਕੀਤਾ। ਉਹ ਮੈਨੂੰ ਬੜੀ ਚੰਗੀ ਲੱਗਦੀ ਸੀ, ਨੁਕਟੀ ਹੈ ਤੇ ਫੀਨੀ ਫੂਨੀ ਸੀ ਪਰ ਉਹ ਚੰਗੀ ਬੜੀ ਲੱਗਦੀ ਸੀ। ਉਹਦੇ ਨਾਲ ਮੈਂ ਬੜਾ ਹੀ ਪਿਆਰ ਕਰਨੀ ਆ ਔਰ ਅਜੇ ਵੀ ਕਰਨੀ। ਅਗਲੇ ਦਿਨ ਵੀ ਆਂਦੀ ਸੀ ਮਾਮਾ ਦਿਸ ਵਨ। ਮੈਂ ਅੱਜ ਉਹਦੇ ਜੋ ਕੇ ਕਾਂਟੇ ਲੈ ਕੇ ਆਈ ਆ। ਅੱਛਾ। ਹਾਂ ਅੰਦਰ ਮੈਂ ਲਿਆ ਕੇ ਰੱਖ ਵੀ ਛੱਡੇ ਨੇ ਏਡੇ ਝੁਮਕੇ। ਮੈਂ ਸਿਰੋਂ ਭਾਵੇਂ ਕੋਨੀ ਹੈ ਫਿਰ ਵੀ ਪਾਏ ਦੀ ਤੇ ਸਹੀ ਨਾ। ਤੇ ਕੋਈ ਬਿੰਦੀ ਸ਼ਿੰਦੀ ਤੇ ਕੋਈ ਹੋਰ? ਟਿੱਕਾ ਤੇ ਕਾਂਟੇ ਲੈ ਕੇ ਗਈ ਤੇ ਹਾਰ ਜੇ ਮੈਂ ਉਹਦਾ ਲਿਆਉਣਾ। ਅੱਛਾ। ਤੇ ਉਹਨੇ ਵੀ ਫੋਨ ਕਰਦੀ ਹੈ? ਕਰਦੀ ਫੋਨ ਕਰਦੀ, ਮਾਮਾ ਬੂਛੋ ਵੀ ਕਰਦੀ, ਉਹ ਵੀ ਕਰਦੀ। ਕਹਿੰਦੀ ਮਾਮਾ ਦਿਸ ਵਨ ਗੋ। ਮੈਂ ਕਿਹਾ ਆਈ ਐਮ ਨੋ। ਤੇ ਹੁਣ ਉਹ ਤੁਹਾਡੀਆਂ ਗੱਲਾਂ ਬੜੇ ਆਰਾਮ ਨਾਲ ਸਮਝ ਲੈਂਦੀ ਸੀ? ਸਮਝ ਲੈਂਦੀ, ਸਮਝ ਲੈਂਦੀ। ਸ਼ਾਇਦ ਧੀਆਂ ਸਮਝ ਲੈਂਦੀਆਂ ਨੇ। ਧੀਆਂ ਨੂੰ ਇਸ਼ਾਰਾ ਹੀ ਸਮਝ ਲੈਂਦੇ ਨੇ। ਬਹੁਤ ਖਿਦਮਤ ਕਰਦੀਆਂ ਨੇ, ਇੱਜ਼ਤ ਕਰਦੀਆਂ ਨੇ। ਜਿਹੜੀ ਨਹੀਂ ਸੀ ਉਹ ਸਮਝ ਆਉਂਦੀ ਉਹ ਫਿਰ ਜਾਏਗੀ ਵਿੱਕੀ ਕੋਲ ਕਿ ਬੋਸ ਮਾਮਾ ਕੀ ਕਲਪਦੀ ਹੈ। ਮੈਂ ਕਿਹਾ ਖਸਮਾਂ ਨੂੰ ਖਾ, ਤੂੰ ਸੁੱਤਿਆਂ ਨੂੰ ਜਗਾਣ ਤੁਰ ਗਈ ਹੈ, ਮੇਰੇ ਕੋਲ ਹੀ ਆ ਜਾ। ਤੇ ਉਹ ਫਿਰ ਮੇਰਾ ਪੋਤਰਾ ਪੋਤਰੀ ਦੱਸਦੇ ਨੇ ਕਿ ਮਾਈ ਗ੍ਰੈਨੀ ਆ ਆਂਦੀ ਹੈ ਪਈ। ਤੁਸੀਂ ਭਾਈ ਦੇ ਸਵਿਮਿੰਗ ਪੂਲ 'ਚ ਮਿੱਟੀ ਪਾਉਣ ਦੀ ਬੜੀ ਕੋਸ਼ਿਸ਼ ਕੀਤੀ। ਮੇਰਾ ਬੜਾ ਦਿਲ ਬਾਰ-ਬਾਰ ਹੁੰਦਾ ਸੀ ਕहीं ਪਾ ਹੀ ਨਾ ਦੇ। ਚੱਲ ਸ਼ੁਕਰ ਪੁੱਤਰ ਉੱਥੋਂ ਸਾਊਥ ਅਫਰੀਕਾ ਤੇ ਛੱਪੜ ਪੂਰਾ ਲੱਗੀ ਸਾ ਤੇ ਪਿੰਡ ਪੂਰ 'ਚ ਪਿੰਡ ਪੜਾਈਆਂ। ਇੱਥੇ ਮੇਰੀ ਕਿਸੇ ਸੁਣ ਲਈ ਆ, ਉੱਥੇ ਕਿਸੇ ਨੇ ਸੀ ਸੁਣੀ। ਇੱਥੇ ਤੇ ਹੁਣ ਏਡੇ ਏਡੇ ਡੂੰਘੇ ਛੱਪੜ ਕਰਾ ਛੜੇ ਨੇ ਨਾ, ਮੈਂ ਨਹੀਂ ਤਾਰੀ ਤਰਨ ਲੋਕ। ਤੁਸੀਂ ਉੱਥੇ ਵੀ ਰਹਿੰਦੇ ਹੋ, ਇੱਥੇ ਵੀ ਰਹਿੰਦੇ ਹੋ। ਹਾਂ ਇਹ ਮੇਰੇ ਪੁੱਤਰਾਂ ਦੀ ਮੁਹੱਬਤ ਹੈ। ਦੋ ਉੱਥੇ ਨੇ, ਇੱਕ ਇੱਥੇ। ਮੈਂ ਇਹਨਾਂ ਨੂੰ ਆਖਿਆ 4-4 ਮਹੀਨੇ ਤੁਹਾਡੇ ਹਿੱਸੇ ਹੁੰਦੇ ਨੇ ਸਾਲ 'ਚ ਤੇ ਵੇਖ ਲਵੋ ਜਿਹੜੇ ਜਿਹੜੇ ਮਹੀਨੇ ਮੱਲਣੇ ਜੇ ਮੱਲ ਲਵੋ। ਤੇ ਹੁਣੇ ਜਿਹੜੇ ਇਹ 4 ਮਹੀਨੇ ਅੱਜ ਕੱਲ ਅਹਿਮਦ ਦੇ ਹਿੱਸੇ ਆਈ ਆ ਨਾ। ਅੱਛਾ। ਤੇ ਉਸ ਤੋਂ ਬਾਅਦ ਵਿਕਾਸ ਭਾਈ ਦੀ ਵਾਰੀ? ਉਸ ਤੋਂ ਬਾਅਦ ਮੈਂ ਇਹਦੇ ਤੋਂ ਬਾਅਦ ਜਾਣਾ ਤੇ ਸਿੱਧਾ ਚਾਂਦ ਵੱਲ ਤੁਰ ਜਾਣਾ। ਫਿਰ ਇਹਨੇ ਤਰਲੇ ਲੈਣੇ ਨੇ, ਅੰਮਾ ਮੇਰੇ ਕੋਲ ਆ। ਮੈਂ ਰੁੱਸ ਪਾਂ ਤੇ ਚਾਂਦ ਵੱਲ ਜਾਨੀ ਆ, ਰਾਜ਼ੀ ਹੋਵਾਂ ਤੇ ਵਿਕਾਸ ਵੱਲ ਹੁੰਨੀ ਆ। ਅੱਛਾ। ਜ਼ਿਆਦਾ ਰੁੱਸਦੇ ਵੀ ਮੇਰਾ ਖਿਆਲ ਵਿਕਾਸ ਭਾਈ ਨਾਲੋਂ ਹਨਾ? ਇਹਦੇ ਨਾਲ ਮੈਨੂੰ ਜਰਾ ਕੋ ਆਡਾ ਲਾਣਾ ਬੜਾ ਸਵਾਦ ਆਉਂਦਾ। ਇਹ ਮੇਰਾ ਧੀਆਂ ਵਰਗਾ ਪੁੱਤਰ ਹੈ ਨਾ, ਇਹਨੂੰ ਮਨਾਉਣ ਦੀ ਬੜੀ ਸੁਣੀ ਜਾਚ। ਬੜਾ ਸੋਹਣਾ ਇਹ ਮਨਾ ਲੈਂਦਾ। ਅਹਿਮਦ ਵੀ ਰਾਤੀ ਆਂਦਾ ਸੀ ਅੰਮਾ ਤੈਨੂੰ ਵਿਕਾਸ ਬੜਾ ਸੋਹਣਾ ਮਨਾਉਂਦਾ, ਸਾਨੂੰ ਕਿਉਂ ਨਹੀਂ ਜਾਚ ਆਉਂਦੀ? ਤੇ ਉਹਦੇ ਆ ਕੇ ਬੜੀ ਛੇਤੀ ਲੱਗਦੀ। ਮੈਂ ਕਿਹਾ ਬਸ ਤੁਸੀਂ ਥੋੜਾ ਜਿਹਾ ਸਿੱਖ ਲਵੋ। ਇਹ ਮੇਰਾ ਨਿੱਕਾ ਹੁੰਦਾ ਧੀਆਂ ਵਰਗਾ ਪੁੱਤਰ। ਇਹ ਗੋਰਾ ਚਿੱਟਾ ਹੁੰਦਾ ਸੀ ਨਾ, ਬੜਾ ਹੀ ਕੁੱਛੜ ਚੋਕੇ ਰਮੇ ਤੇ ਮੈਲਾ ਨਾ ਹੋ ਜਾਏ। ਨਹੀਂ ਉਹ ਸ਼ਾਇਦ ਉਹੀ ਫਿਰ ਉਹਨਾਂ ਦੇ ਨਸੀਬ ਵੀ ਅੱਲਾਹ ਤਾਲਾ ਨੇ ਉਸੇ ਤਰ੍ਹਾਂ ਹੀ ਲਿਖੇ ਨੇ। ਨਹੀਂ ਇਹ ਨਾ ਧੀਆਂ ਵਾਲਾ ਪਿਆਰ ਕਰਦਾ। ਵਿੱਚ ਬੜੀਆਂ ਗੱਲਾਂ ਇਹਦੀਆਂ ਨਾ ਅਦਾਵਾਂ ਨੇ ਧੀਆਂ ਵਾਲੀਆਂ, ਪਿਆਰ ਮੁਹੱਬਤ ਵਾਲੀਆਂ। ਤੇ ਹੁਣੇ ਵੀ ਕਦੇ ਇਸ ਤਰ੍ਹਾਂ ਹੁੰਦਾ ਕਿ ਮਾਂ ਕਿਸੇ ਗੱਲ ਤੇ ਬਹੁਤ ਯਾਦ ਆਉਂਦੀ ਹੋਏ? ਹਾਂ ਆਉਂਦੀ ਹੈ ਮਾਂ ਯਾਦ। ਮੇਰੀ ਮਾਂ ਹੁੰਦੀ ਤੇ ਵੇਖ ਕੇ ਤੇ ਉਹਨਾਂ ਤੇ ਇੰਨਾ ਖੁਸ਼ ਹੋਣਾ ਸੀ। ਤੇ ਮੇਰੀ ਮਾਂ ਦਾ ਬਾਗ ਵੀ ਬੜਾ ਖਿੜਿਆ ਏ। 4 ਪੁੱਤਰ ਨੇ, ਨੂੰਹਾਂ ਨੇ, ਪੋਤਰੀਆਂ ਨੇ, ਪੋਤਰੇ ਨੇ। ਅੱਲਾ ਨੇ ਬੜੀਆਂ ਰਹਿਮਤਾਂ ਉਹਨਾਂ ਮੇਰੇ ਪੇਕਿਆਂ ਤੇ ਨੇ। ਤੇ ਸ਼ੁਕਰ ਮਾਲਕ ਦਾ, ਅੱਲਾ ਨੇ ਬੜੀਆਂ ਰੌਣਕਾਂ ਲਾਈਆਂ ਔਰ ਤਾਬਿਆਦਾਰ ਨੂੰਹਾਂ ਨੇ। ਤੇ ਅੱਜ ਦੁਨੀਆ ਤੋਂ ਚਲੇ ਗਏ ਨੇ। ਬਾਪ ਮੇਰਾ ਤੇ 100 ਸਾਲ ਦੇ ਹੋ ਕੇ ਗਏ ਨੇ ਤੇ ਅੰਮੀ ਮੇਰੀ ਉਮਰ 'ਚ ਚਲੇ ਗਏ ਸਨ। 65 ਸਾਲ ਦੇ ਸਨ ਤੇ ਚਲੇ ਗਏ ਸਨ। ਤੇ ਅੱਬਾ ਜੀ ਮੇਰੀ ਅੰਮੀ ਤੋਂ 20-25 ਸਾਲ ਬਾਅਦ ਫੌਤ ਹੋਏ। ਉਹਨਾਂ ਵਾਸਤੇ ਵੀ ਜ਼ਿੰਦਗੀ ਬੜੀ ਮੁਸ਼ਕਿਲ ਰਹੀ ਹੈ। ਹਾਂ ਨਹੀਂ ਨੂੰਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਸੀ। ਤੇ ਤੁਹਾਨੂੰ ਲੱਗਦਾ ਕਿ ਕੋਈ ਗੱਲ ਜੇ ਅੱਜ ਤੁਸੀਂ ਆਪਣੀ ਅੰਮੀ ਨੂੰ ਕਹਿਣਾ ਚਾਹੋ, ਜੇ ਉਹ ਸੁਣ ਰਹੇ ਨੇ ਤੇ ਉਹ ਕੀ ਕਹੋਗੇ?
ਅਸੀਂ ਆਪਣੀ ਮਾਂ ਵਾਸਤੇ ਜੰਨਤ ਦੇ ਦਰਵਾਜ਼ੇ ਖੁੱਲੇ ਵੇਖਣੇ ਚਾਹੁੰਦੇ ਹਾਂ। ਅੱਲਾ ਸਾਡੀ ਮਾਂ ਬਹੁਤ ਨੇਕ ਸੀ, ਲਾਇਕ ਸਨ। ਸਾਡੀ ਮਾਂ ਬੜੀ ਤਾਬਤ, ਪੂਰੀ ਦੁਨੀਆ ਦੇ ਤੇ ਨਾ ਜਿਸ ਤਰ੍ਹਾਂ ਮੇਰਾ ਪਿਆਰ ਨੇ ਮੇਰੀ ਅੰਮੀ ਦਾ ਵੀ ਸਾਰਿਆਂ ਲੋਕਾਂ ਨਾਲ ਪਿਆਰ ਸੀ, ਬਹੁਤ ਪਿਆਰ ਸੀ। ਹੱਤਾ ਕਿ ਇਸ ਤਰ੍ਹਾਂ ਸੀ ਕਿ ਸਾਡਾ ਘਰ ਚੌਂਕ ਵਿੱਚ ਸੀ ਤੇ ਜਿਹੜਾ ਬੰਦਾ ਵੀ ਫੇਰੀ ਲਾ ਕੇ ਹੁੰਦਾ ਸੀ ਚੌਂਕ ਚ ਆ ਕੇ ਨਾ ਸਾਏ ਥੱਲੇ ਬਹਿੰਦਾ ਸੀ ਨਾ, ਤੇ ਮੇਰੀ ਅੰਮੀ ਨੇ ਛੱਤ ਉੱਤੋਂ ਵੇਖਣਾ ਤੇ ਕੌਲ ਲੱਸੀ ਦਾ ਭਰ ਕੇ ਘਲ ਛੱਡਣਾ ਕਰਨਾ, ਆਖਿਆ ਲੈ ਭਾਈ ਪੀ ਲੈ ਲੱਸੀ। ਤੇ ਉਹਨੂੰ ਇਹ ਪਹਿਲੂ ਤੇ ਉਹਨਾਂ ਨੂੰ ਇਹ ਸੀ ਖੋਰੇ ਛਲੀਆਂ ਵਾਲਾ, ਕੋ ਮਰੂੰਡੇ ਵਾਲਾ, ਕੋ ਸਬਜ਼ੀ ਵਾਲਾ। ਤੇ ਮੇਰੀ ਅੰਮੀ ਨੇ ਆਖਣਾ ਕਰਨਾ ਰੋਟੀ ਦੇ ਉੱਤੇ ਹੀ ਸਾਲਨ ਧਾਰ ਕੇ ਨਾ ਤੇ ਨਾਲ ਕੋਲ ਲੱਸੀ ਦਾ ਦੇ ਦੇਣਾ ਕਰਨਾ, ਭਾਈ ਇੱਥੇ ਬਹਿ ਕੇ ਰੋਟੀ ਖਾ ਕੇ ਜਾਵੀਂ ਤੂੰ, ਹੁਣ ਜੇ ਬੈਠਾ ਹੈ ਤੇ। ਔਰ ਫਿਰ ਉਹ ਬੜੀ ਦੇਰ ਤੱਕ ਉਹ ਆ ਕੇ ਤੇ ਉਸ ਸਾਏ ਥੱਲੇ ਬਹਿ ਕੇ ਤੇ ਰੋਂਦੇ ਹੁੰਦੇ ਸਾਂ, ਕੈਸ ਕਰੋ ਸਾਨੂੰ ਉੱਤੋਂ ਰੋਟੀ ਦੇ ਛੱਡਦੀ ਹੁੰਦੀ ਸੀ ਭੈਣ। ਤੇ ਮੈਂ ਵੀ ਅਗਲੇ ਦਿਨ ਸਾਊਥ ਅਫਰੀਕਾ ਗਈ ਸਜੇ ਤੇ ਇੱਕ ਸਬਜ਼ੀ ਵਾਲਾ ਆਇਆ, ਉਹਨੇ ਦਰਵਾਜ਼ਾ ਖੜਕਾਇਆ, ਉਹਨੇ ਆਖਿਆ ਇੱਥੋਂ ਦੀ ਭੈਣ ਏਜੰਸੀ ਐ ਇਸ ਘਰ ਤੇ, ਉਹ ਕਿੱਥੇ? ਉਹ ਫਿਰ ਮੇਰੀ ਨੂੰਹ ਨੇ ਅੰਦਰੋਂ ਬੋਲੇ ਤੇ ਉਹਨੂੰ ਉਹਦੇ ਦਿਲ ਚ ਕਿ ਖੁਰ ਮਾਰੀ ਨਹੀਂ ਗਈ ਕਿਤੇ। ਤੇ ਉਹਨੇ ਦਰਵਾਜ਼ਾ ਖੜਕਾਇਆ ਤੇ ਇਹਨੇ ਆਖਿਆ ਭਾਈ ਕੌਣ ਹੈ? ਇਹਨੇ ਆਖਿਆ ਭੈਣ ਏਜੰਟ ਕਿੱਥੇ ਵੇ? ਉਹਨੇ ਆਖਿਆ ਉਹ ਬਾਹਰ ਦੇ ਮੁਲਕ ਤੁਰ ਗਏ। ਤੇ ਫੇਰ ਉਹਨੂੰ ਨਾ ਯਕੀਨ ਆਇਆ, ਉਹ ਫਿਰ ਮੇਰੀਆਂ ਹਮਸਾਈਆਂ ਨੂੰ ਆ ਕੇ ਗਿਆ, ਮੈਨੂੰ ਤੇ ਕੋਈ ਵਹਿਮ ਹੀ ਹੋਰ ਪੈ ਗਿਆ ਸੀ ਭੈਣ ਏਜੰਟ ਦਾ। ਇਸ ਤਰ੍ਹਾਂ ਦਾ ਕਿ ਮੇਰਾ ਵੀ ਸ਼ੁਰੂ ਤੋਂ ਲੱਗ ਕੇ ਇਹਨਾਂ ਲੋਕਾਂ ਨਾਲ ਬੜਾ ਪਿਆਰ, ਨਹੀਂ ਤਾਂ ਅੱਜ ਨਹੀਂ, ਮੈਂ ਸ਼ੁਰੂ ਤੋਂ ਲੱਗ ਕੇ ਹੀ ਮੇਰਾ ਲੋਕਾਂ ਨਾਲ ਪਿਆਰ ਹੈ। ਤੇ ਜਦੋਂ ਅੱਲਾਹ ਤਾਲਾ ਨੇ ਮਾਸ਼ਾਅੱਲਾ ਇੰਨੀ ਇੱਜ਼ਤ ਦਿੱਤੀ, ਮਾਸ਼ਾਅੱਲਾ ਪਹਿਲੇ ਵੀ ਸੀ, ਪਰ ਜਦੋਂ ਇੰਨਾ ਨਾਂ ਹੋਇਆ, ਇੰਨੇ ਬੱਚੇ, ਇੰਨੀਆਂ ਧੀਆਂ, ਇੰਨੇ ਮਤਲਬ ਜ਼ਿੰਮੇਦਾਰੀਆਂ ਪੈ ਗਈਆਂ। ਜ਼ਿੰਮੇਦਾਰੀਆਂ ਪੈ ਤੇ ਅੱਲਾ ਦਾ ਸ਼ੁਕਰ ਕਰਨੀ ਆ, ਅਲਹਮਦੁਲਿਲਾ ਮੇਰੇ ਮਾਲਕਾ ਸ਼ੁਕਰ ਹੈ, ਮੇਰੇ ਕੋਲ 500 ਬੰਦਾ ਵੀ ਆ ਜਾਏ ਨਾ ਪੁੱਤਰ, ਮੈਂ ਕਦੀ ਬੋਝਦਿਲ ਨਹੀਂ ਹੋਈ, ਮੈਂ ਕਦੀ ਉਹ ਨੱਕ ਮੱਥੇ ਨਹੀਂ ਵਟਿਆ, ਮੈਂ ਨਹੀਂ ਬਿਸਮਿਲ੍ਲਾ ਕਰਾਂ ਜਿਉ ਸਦਕੇ ਜਾਵਾਂ ਤੁਸੀਂ ਆਏ ਹੋ, ਕਦੀ ਸੌੜੀ ਨਹੀਂ ਪਈ ਅੱਜ ਤੱਕ ਨਹੀਂ। ਮੇਰੇ ਬੇਟਾ ਮਿਸਾਲ ਦਿੰਦਾ ਹੈ ਕਿ ਮੇਰੀ ਮਾਂ ਨੂੰ 4 ਘੰਟੇ ਲਗਾਤਾਰ ਬਹਿ ਕੇ ਕਿਸੇ ਨਾਲ ਗੱਲ ਕਰਨੀ ਪਵੇ ਤੇ ਮੇਰੀ ਕਰ ਲੈਂਦੀ ਹੈ ਮਾਂ, ਹਾਲੇ ਕਿ ਭਾਵੇਂ ਮੈਂ ਮਰੀਜ਼ ਹੀ ਹਾਂ। ਵੇਖੋ ਮੇਰੇ ਹੁਣ ਸਾਈਂ ਜਿਹੜੇ ਨੇ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਹੈ ਨਾ, ਗਵਾਹੀ ਦਿੱਤੀ ਹੈ ਨਾ, ਬਸ ਬਹੁਤੀਆਂ ਕੀ ਤੇ ਥੋੜੀਆਂ ਕੀ। ਹਾਂ, ਕਦੀ ਨਹੀਂ ਕਿਸੇ ਨੂੰ ਬੋਲ ਕਿਸੇ ਨਾਲ ਮਾੜਾ ਬੋਲੀ ਨੇ। ਤੁਸੀਂ ਰਾਜ਼ੀ ਹੋ? ਉਹਦੀ ਰਜ਼ਾ ਦੇ ਫੈਸਲੇ ਨੇ। ਤੇ ਕਿਸ ਤਰ੍ਹਾਂ ਦੀ ਤੁਹਾਡੀ ਦੋਵਾਂ ਦੀ ਜ਼ਿੰਦਗੀ ਮਾਸ਼ਾਅੱਲਾ ਤਾਬੇਦਾਰੀ ਚ ਲੰਘਾਈ ਉਹਨਾਂ ਨੇ? ਹਾਂ, ਅੱਲਾ ਦਾ ਸ਼ੁਕਰ ਹੈ ਪੁੱਤਰ। ਹੁਣ ਤੇ ਪੁਲਿਸ ਵਾਲੇ ਸਵੇਰੇ ਜਾਂਦੇ ਤੇ ਸ਼ਾਮ ਨੂੰ ਘਰ ਆ ਜਾਏ, 3 ਮਹੀਨੇ ਬਾਅਦ ਘਰ ਆਉਂਦੇ ਸਨ। ਇਹ ਜੇਲਮ ਡਿਊਟੀ ਹੁੰਦੀ ਸੀ, ਗੁਜਰਾਂ ਵਾਲੇ ਵੀ ਹੁੰਦੇ ਸਨ ਤੇ ਮਹੀਨੇ ਤੋਂ ਪਹਿਲੂ ਨਹੀਂ ਸਨ ਕਦੀ ਘਰ ਆਏ, ਕਿਉਂਕਿ ਕਿਰਾਇਆ ਹੀ ਨਹੀਂ ਸੀ ਹੁੰਦਾ ਕੋਲ ਇੰਨਾ ਵਾਧੂ। ਨਹੀਂ, ਮੇਰੇ ਵਾਲਾ ਵੀ ਨਹੀਂ ਆਉਂਦਾ ਐਡੀ ਛੇਤੀ। 2 ਵਜੇ ਤੋਂ ਜਾਂ ਕੰਮ ਤੇ ਚਲੇ ਜਾਣ ਤੇ ਜਾਂ ਰੁੱਸ ਕੇ ਚਲੇ ਜਾਣ। ਨਾ ਨਾ ਇਹਨਾਂ ਕਦੀ ਘਰ ਇੰਨੀ ਜਲਦੀ ਆਉਂਦੇ ਨਹੀਂ ਸੀ। 3 ਮਹੀਨੇ ਤੋਂ ਪਹਿਲਾਂ ਮੇਰਾ ਵਿੱਕੀ ਪੈਦਾ ਹੋਇਆ ਸੀ ਤੇ 1.5 ਮਹੀਨੇ ਦਾ ਸੀ ਤੇ ਆਏ ਸਨ ਘਰ। ਅੱਛਾ। ਤੇ ਜੇਲਮ ਸਾਲੇ ਡਿਊਟੀ। ਅੱਛਾ, ਇਹ ਤੇ ਵਾਕਈ ਫਿਰ ਬੜਾ ਮੁਸ਼ਕਿਲ ਵਕਤ ਹੋਏਗਾ ਤੁਹਾਡੇ ਵਾਸਤੇ। ਕੋਈ ਮੁਸ਼ਕਿਲ ਨਹੀਂ, ਉਦੋਂ ਆਦੀ ਸੀ ਸਾਰੀ ਦੁਨੀਆ ਹੀ, ਉਦੋਂ ਸੱਸਾਂ ਬੜੀ ਇਸ ਗੱਲ ਚ ਰਾਜ਼ੀ ਹੁੰਦੀ ਗਾ ਸਨ ਕਿ ਵਾਵਾ ਚਿਰਕੇ ਸਾਡੇ ਪੁੱਤਰ ਘਰ ਆਉ। ਕੋਈ ਨਹੀਂ ਆਦੀ ਸਾ ਉਦੋਂ, ਕੋਈ ਏਡਾ ਸਮਝ ਨਹੀਂ ਸੀ ਸਾਨੂੰ ਬਈ ਕੀ ਗੱਲ। ਹੁਣ ਤੇ ਮਾਸ਼ਰਾ ਹੀ ਹੋ ਰਹੇ ਨਾ, ਉਦੋਂ ਕੋਈ ਨਹੀਂ ਸੀ ਸਾਬ ਏਡਾ ਲੱਗਦਾ। ਪਹਿਲਾਂ ਵਕਤਾਂ ਦੀਆਂ ਸੱਸਾਂ ਚ ਤੇ ਹੁੰਦੀਆਂ ਸੱਸਾਂ ਬਹੁਤ ਫਰਕ ਹੈ ਪੁੱਤਰ। ਹੁਣ ਤੇ ਏਡੀਆਂ ਮੰਮੀ ਡੈਡੀ ਵਰਗੀਆਂ ਸੱਸਾਂ ਨੇ, ਤੇ ਉਦੋਂ ਤੇ ਬੇਬੇ ਤੇ ਬਾਬਾ ਸੀ। ਅਸੀਂ ਆਪਣੀ ਸੱਸ ਨੂੰ ਬੇਬੇ ਜੀ ਆਂਦੇ ਸਾਂ ਤੇ ਬਾਬਾ ਜੀ ਆਂਦੇ ਸਾਂ, ਚਾਚਾ ਜੀ ਆਂਦੇ ਸਾਂ। ਡਰਦੇ ਵੀ ਬਹੁਤ, ਡਰਦੇ ਵੀ ਬੜਾ ਸਾਂ। ਹੁੱਕਾ ਪੀਂਦੇ ਸਨ, ਹੁੱਕਾ ਪਾਣਾ ਉਹਨਾਂ ਦਾ, ਧੋ ਮਾਂਜ ਕੇ ਲਵਡੇਲੇ ਨਾਲ ਅੱਗ ਬਾਲਣੀ, ਪਹਿਲੇ ਹੁੱਕੇ ਤੇ ਅੱਗ ਰੱਖ ਕੇ ਤੇ ਫੇਰ ਉਹਨਾਂ ਨੂੰ ਦੇਣੀ। ਮੈਨੂੰ ਜਾਚ ਨਹੀਂ ਸੀ ਤੇ ਆਂਦੇ ਹੁੰਦੇ ਸਨ ਕਿੱਥੋਂ ਮੈਂ ਸ਼ਹਿਰ ਦੀ ਨੂੰਹ ਲੈ ਆਂਦੀ, ਅੱਗ ਰੱਖਣ ਦੀ ਨਹੀਂ ਸੁਝਾ। ਫਿਰ ਆਸਤਾ ਆਸਤਾ ਉਹਨਾਂ ਦੱਸੀ ਤੇ ਫਿਰ ਜਾਚ ਆ ਗਈ। ਹਾਜੀਰਾਂ ਨੇ ਆਖਣਾ ਕਰਨਾ ਇਸ ਤਰ੍ਹਾਂ ਰੱਖ ਕੇ ਦਿਆ ਕਰ। ਅੱਜ ਕੱਲ ਦੀਆਂ ਧੀਆਂ ਨੂੰ ਕੀ ਗੱਲ ਕਹਿਣਾ ਚਾਹੋਗੇ? ਅੱਜ ਕੱਲ ਦੀਆਂ ਧੀਆਂ ਨੂੰ ਇਹੀ ਆਖਾਂਗੀ, ਧੀਏ ਹੱਸਦੀਆਂ ਰਹੋ ਤੇ ਵਸਦੀਆਂ ਰਹੋ ਤੇ ਆਪੇ ਸਿਰ ਦੀਆਂ ਸਾਈਆਂ ਨਾਲ ਪਿਆਰ ਮੁਹੱਬਤ ਕਰੋ। ਤੇ ਸੱਸ ਸਹੁਰਾ ਜਿਹੜਾ ਜੇ ਨਾ, ਉਹ ਵੇਖੋ ਮਾਂ ਜੰਮਦੀ ਹੈ ਪੁੱਤਰ ਤੇ 25 ਸਾਲ ਤੱਕ ਇੰਤਜ਼ਾਰ ਕਰਦੀ ਏ, ਤੇ 26 ਤੇ 27 ਸਾਲ ਦਾ ਜਦੋਂ ਹੋ ਜਾਏ ਤੇ ਮਾਂ ਦੀ ਯਾ ਅੱਲਾ ਛੇਤੀ ਕੋਈ ਨੇਕ ਰਿਸ਼ਤਾ ਲੱਭੇ, ਛੇਤੀ ਨੇਕ ਰਿਸ਼ਤਾ ਲੱਭੇ। 2 ਸਾਲ ਰਾਜ਼ੀ ਹੋ ਕੇ ਕਮਾਈ ਖਾ ਸਕਦੀ ਜਾਂ 3 ਸਾਲ, ਉਸ ਤੋਂ ਬਾਅਦ ਤੁਹਾਡੇ ਜੋਗਾ ਪੁੱਤਰ ਹੁੰਦਾ, ਜ਼ਨਾਨੀ ਜੋਗਾ ਬੰਦਾ ਹੁੰਦਾ ਹੈ ਨਾ। ਤੇ ਪਲੀਜ਼ ਮਿਹਰਬਾਨੀ ਕਰਕੇ ਜਿਹੜੀਆਂ ਨੂੰਹਾਂ ਨੇ ਨਾ, ਉਹਨਾਂ ਅੱਗੇ ਅਰਜ਼ ਹੈ, ਉਹ ਮੇਰੀਆਂ ਧੀਆਂ ਨੇ, ਆਪਣੇ ਮਾਂ ਪਿਓ ਤੇ ਪਿੱਛੇ ਛੱਡਣ ਦੀ, ਸੱਸ ਸਹੁਰੇ ਦੀ ਇੱਜ਼ਤ ਕਰਦੇ। ਸੱਸ ਸਹੁਰੇ ਅੱਗੇ ਅਰਜ਼ ਹੈ ਕਿ ਉਹਨਾਂ ਬਗਾਨੀਆਂ ਨੂੰ ਗੱਲ ਲਾਣ। ਅਗਰ ਕੋਈ ਕਮੀ ਕਤਾਈ ਹੋ ਵੀ ਜਾਏ ਤੇ ਉਹਨਾਂ ਨੂੰ ਦਰ ਗੁਜ਼ਰ ਕਰਕੇ ਤੇ ਨੂੰਹਾਂ ਨੂੰ ਧੀਆਂ ਬਣਾਉਣ, ਨੂੰਹਾਂ ਨਾ ਬਣਾਉਣ, ਛੱਡ ਦੇਣ ਸਿਆਪਾ ਉਹ ਨੂੰਹਾਂ ਵਾਲਾ।
ਚਲੋ ਜੀ, ਇਸ ਖੂਬਸੂਰਤ ਗੱਲ ਨਾਲ ਅਸੀਂ ਇਸ ਸਿਲਸਿਲੇ ਨੂੰ ਇੱਥੇ ਹੀ ਖਤਮ ਕਰਨੇ ਆ। ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਅਗਲੇ ਸਿਲਸਿਲੇ ਦੇ ਨਾਲ। ਖੈਰ ਹੋਵੇ ਅੱਲਾ ਤੁਹਾਡੀ ਵੀ ਤੇ ਹਾਫਿਜ਼। ਸਾਡੀ ਵੀ। ਜਿੰਦੀ ਰੋਟੀ ਅੱਲਾ ਮੀਆਂ ਤੈਨੂੰ ਇੱਜ਼ਤ ਦੇ ਤੇ ਰਿਜ਼ਕ ਦੇ ਤੇ ਅਰਸ਼ਾਂ ਦੇ ਰੰਗ ਲਾਏ, ਤੈਨੂੰ ਆਪਣੇ ਘਰ ਸ਼ਾਦ ਬਾਦ ਰੱਖੇ।